नाम और सफ़ा नंबर जो आप पढ़ रहे होंगे वो बार बार बताना है। बार बार ये दसना बिल्कुल। ये गुंडागर्दी क्यों? ए जी लिखो है पहला इसका, पहला मेरे ख्याल सफा ही है अब्दुल यार रज़ाक। अगर अगर ਇਹਦਾ ਮੁਨਾਸਬ ਤਰੀਕਾ ਇਖਤਿਆਰ ਕਰੋ ਤੇ ਹਰ ਸਫਾ ਤੁਸੀਂ ਵਹਾ ਨਹੀਂ ਸਕਦੇ ਵੱਡੀ ਸਕਰੀਨ ਤੇ। नहीं क्योंकि मेरे को दूसरा फोन है ते मैं ਅੱਛਾ ਚਲੋ ਫਿਰ ਇਹਦਾ अगर ਕੀ ਤਰੀਕਾ ਇਖਤਿਆਰ ਕਰੀਏ। मेरे को ਕਿਉਂਕਿ अच्छा ਮੈਂ से जो फैसल ਮੇਰੇ भाई ਮੇਰੇ हो रहा है ਲੈਪਟਾਪ पढ़ ਤੇ देना। ਮੈਂ ਕੰਮ ਕਰ ਰਿਹਾ ਵਾਂ ਤੇ ਨਹੀਂ ਤੇ ਮੈਂ ਸਕਰੀਨ ਸ਼ੇਅਰ ਕਰ ਦਿੰਦਾ। ਯਾਰ ਮਲਕ ਪੜ੍ਹਨਾ ਤੈਨੂੰ ਪੈਣਾ, ਤੇਰੀ ਆਵਾਜ਼ ਵਿੱਚ ਦਮ ਏ। ਜਿਹੜਾ ਤੂੰ ਪੜ੍ਹਨਾ ਨਾ ਬੋਲ ਚਿੱਤ ਚਿੱਤ ਕੇ ਇੱਕ ਇੱਕ ਲਫ਼ਜ਼ ਨੂੰ 10 ਵਾਰੀ ਪੜ੍ਹਨਾ, ਉਹ ਬੜਾ ਮਜ਼ਾ ਆਉਂਦਾ। ਨਹੀਂ ਤੇ ਫੈਸਲ ਭਾਈ ਤੁਸੀਂ ਸਕੈਨ ਲਾ ਦਿਓ ਤੇ ਮੈਂ ਪੜ੍ਹ ਦਿੰਦਾ ਵਾ। ਇੰਜ ਕਰ ਲਓ, ਹੁਣੇ ਬੈਠੇ ਹੀ ਨਾ ਇਹਦੇ ਸਕੈਨ ਮੈਂ ਸੈਂਡ ਕਰਨ ਲੱਗਾ ਜੇ ਇਹ ਤੁਹਾਡੇ ਦੋਵਾਂ ਬੰਦਿਆਂ ਨੂੰ ਜਿਨ੍ਹਾਂ ਮੈਸੇਜ ਮੈਨੂੰ ਆਏ ਨੇ ਤੇ ਆਪਣੇ ਇਹ ਜਿਹੜੀ ਮੋਬਾਈਲ ਤੇ ਆਨ ਹੈ ਉਹਦੇ ਤੇ WhatsApp ਕਰ ਲੈ ਤੇ ਉਹ ਸਕੈਨ ਵੀ ਨਾਲ ਲਾ। ਇਹ ਲੋ ਜੀ, ਇਹ ਸਾਰੀ ਕਿਤਾਬ ਦੇ ਸਕੈਨ, ਇਹ ਇੱਕ ਇੱਕ ਸਫਾ ਅਲੱਗ-ਅਲੱਗ ਕੀਤਾ ਜੇ ਤੇ ਅਗਰ ਤੁਸੀਂ ਕਰ ਸਕਦੇ ਹੋ ਤੇ ਕਰੋ, ਇੱਕ ਇੱਕ ਸਫਾ ਅਲੱਗ-ਅਲੱਗ। ਇਹ ਹੁਣ ਹੋਰ ਆਸਾਨ ਕਰ ਛੜਿਆ ਮੈਂ ਕੰਮ। ਮੈਂ ਨਾ ਮਲਕ ਇਮਰਾਨ ਪੱਟੀ ਫੰਡੀ ਆਏ ਨਾ ਆਂਦੂ ਅੱਜ ਰਿਵੀਲ ਕਰ ਤੇ ਇਹਨਾਂ ਨੂੰ ਕਹਿ ਫੀਲ ਕਰ। ਮੁਫਤੀ ਸਾਹਿਬ ਇਹ ਚੀਜ਼ਾਂ ਵੀ ਵੈਸੇ ਮੈਂ ਆਨਾ ਕਿ ਡਿਸਕਸ਼ਨ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ, ਇਹਨਾਂ ਨੂੰ ਪਤਾ ਲੱਗੇ ਇਹਨਾਂ ਬੜੀ ਵੱਡੀ ਗੁਸਤਾਹੀ ਕੀਤੀ ਹੈ। ਤੇ ਮੈਨੂੰ ਬਸ ਇੱਕ ਆ ਗਿਆ ਸੀ ਮੈਸੇਜ, ਨਹੀਂ ਤੇ ਮੇਰੇ ਕੋਲ ਸ਼ਹਿਰ ਸਦੂਮ ਵੀ ਪਈ ਸੀ, ਰੱਬੂਆ ਗਰਾਸਪੁਟੀਨ ਵੀ ਆ ਗਈ ਸੀ, ਹਰ ਚੀਜ਼ ਮੇਰੇ ਕੋਲ ਅਵੇਲੇਬਲ ਹੋ ਗਈ ਸੀ। ਈਵਨ ਕਿ ਜਿਹੜੀ ਇਹਦੀ ਪਹਿਲੀ ਬੇਟੀ ਸੀ ਮਿਰਜ਼ਾ ਦੀ ਜਿਹੜੀ ਨੁਸਰਤ ਦੇ ਵਿੱਚੋਂ, ਉਹਦੇ ਵੀ ਮੇਰੇ ਕੋਲ ਪੂਰੇ ਦੇ ਪੱਕੇ ਤੇ ਠੱਕੇ ਸਬੂਤ ਆ ਗਏ ਹਨ। ਸਿਰਫ ਮੈਨੂੰ ਮਨਾ ਕੀਤਾ ਗਿਆ ਕਿ ਨਾ ਇੰਜ ਨਹੀਂ ਕਰਨਾ, ਲੇਕਿਨ ਇਹਨਾਂ ਨੂੰ ਕਰਨਾ, ਰਿਵੀਲ ਕਰਨਾ ਚਾਹੀਦਾ, ਲਾਜ਼ਮੀ ਕਰਨਾ ਚਾਹੀਦਾ ਕਿ ਇਹ ਤੁਹਾਡੀ ਅਸਲੀਅਤ ਹੈ। ਅੱਛਾ ਮੁਫਤੀ ਸਾਹਿਬ ਸੌਰੀ ਮਾਦਰੇ ਚਾਹਨਾ, ਇੱਕ ਚੀਜ਼ ਹੋਈ ਹੈ ਪਾਕਿਸਤਾਨ ਕੋਰਟ 'ਚ ਜਿਹੜਾ ਇਹਨੇ ਫੈਸਲਾ ਦਿੱਤਾ ਕਾਦੀ ਇਹ ਹੋਇਆ ਤੇ ਹੈ ਵੇ ਮਾਮਲਾ ਬੜਾ ਸੰਗੀਨ ਜਿਹਾ, ਤੇ ਅਸਲ ਦੇ ਵਿੱਚ ਉਹਦੀ ਪੂਰੀ ਤਿਆਰੀ ਦੀ ਲੋੜ ਹੈ, ਜਾਂ ਤੇ ਕੋਈ ਬੰਦਾ ਉਹਦੀ ਤਿਆਰੀ ਕਰੇ ਨਾ, ਸਾਰੇ ਮਾਮਲਾਤ ਦੀ ਤਹਿਕੀਕਤ ਕਰਕੇ ਤੇ ਉਹਦੇ ਤੇ ਇੱਕ ਪ੍ਰੋਗਰਾਮ ਕੀਤਾ ਜਾਏ। ਤੇ ਹਾਂ ਚੋਂਦੀਆਂ ਗੱਲਾਂ ਤੇ 2-4 ਪੋਸਟਾਂ ਤੇ ਪੜ੍ਹੀਆਂ ਨੇ, ਲੇਕਿਨ ਉਸ ਮਾਮਲੇ ਦੀ ਤਹਿਕੀਕਾਤ ਅਜੇ ਮੈਨੂੰ ਜ਼ਾਤੀ ਤੌਰ ਤੇ ਨਹੀਂ ਹੈ ਕਿ ਉਹ ਕਿੰਜ ਹੋਇਆ, ਕੀ ਹੋਇਆ, ਫਿਰ ਕੀ ਹੋਇਆ। ਤੇ ਕਿਉਂਕਿ ਓਪਨ ਮੀਡੀਆ ਤੇ ਗੱਲ ਕਰਨ ਵਾਸਤੇ ਤੁਹਾਡੇ ਕੋਲ ਪੂਰੀ ਤਹਿਕੀਕਾਤ ਚਾਹੀਦੀਆਂ ਹੁੰਦੀਆਂ ਨੇ। ਜੇ ਗਲਤ ਗੱਲ ਕਰੋਗੇ ਜੇ ਤੇ ਉਹ ਫਿਰ ਬੜਾ ਇੱਕ ਅਜੀਬ ਜੀ ਸੂਰਤ-ਹਾਲ ਬਣ ਜਾਂਦੀ। ਲੇਕਿਨ ਇਸ ਫੈਸਲਾ ਜਿਹੜਾ ਦਿੱਤਾ ਇਸ ਕੀ ਨਾਂ ਹੈ ਮਲਕ ਇਮਰਾਨ ਨੂੰ ਜ਼ਰਾ ਵੱਡੀ ਸਕਰੀਨ ਤੇ ਕਰਿਓ ਜੀ। ਜਸਟਿਸ ਨੇ ਫਾਇਜ਼ ਈਸਾ ਬੜਾ ਕੋ ਹਰਾਮੀ ਕਿਸਮ ਦਾ ਉਹਨੇ ਕੰਮ ਕੀਤਾ। ਮੈਂ ਫੈਸਲਾ ਮੈਂ ਕੋਸ਼ਿਸ਼ ਕਰ ਰਿਹਾ, ਮੈਂ ਅੱਜ ਟਵਿੱਟਰ ਤੇ ਫੇਰ ਰਿਹਾ ਸਾਂ। ਅੱਜ ਵਕਲਾ ਦਾ ਇhtਜਾਜ ਵੀ ਸੀ ਤੇ ਹੋਰ ਵੀ ਲੋਕੀ ਬਾਹਰ ਨਿਕਲ ਰਹੇ ਨੇ, ਇhtਜਾਜ ਤੇ ਉਹ ਬੜਾ ਹੋ ਰਿਹਾ ਹੈ ਤੇ ਪੂਰੇ ਸੋਸ਼ਲ ਮੀਡੀਆ ਤੇ ਅੱਗ ਲੱਗ ਗਈ ਹੈ। ਤੇ ਬਹਰਹਾਲ ਇੰਜ ਦੇ ਪੁੱਠੇ ਕੰਮ ਕਰਨਗੇ ਤੇ ਕੌਮ ਜਾਗੇਗੀ ਨਾ, ਕੌਮ ਨੇ ਉਂਝ ਜਾਗਣਾ ਵੀ ਨਹੀਂ। ਜਦੋਂ ਕੋਈ ਪੁੱਠਾ ਕੰਮ ਹੋਏਗਾ ਤਾਂ ਕੌਮ ਜਾਗੇਗੀ, ਉਹ ਸਗੋਂ ਉਂਝ ਕੰਮ ਮਜ਼ਬੂਤ ਹੁੰਦਾ ਹੈ। ਬੇਸ਼ੱਕ ਇਹ 'ਚ ਕੋਈ ਸ਼ੱਕ ਨਹੀਂ ਹੈ। ਬਾਕੀ ਉਮੀਦ ਹੈ ਦੇਣੇ ਦੇ ਥੋੜੇ ਹੀ ਨੇ ਯਾਰ। ਇਹਨਾਂ ਦਾ ਮਲਕ ਸਾਹਿਬ ਦਾ ਕਰੋ ਵੱਡਾ ਸਫਾ ਭਾਈ, ਤੁਸੀਂ ਮੋਟੀਵੇਟ ਕਰੋ ਨਾ, ਤੁਸੀਂ ਐਕਸਪੈਂਡ ਕਰ ਦਿਓ। ਮੁਫਤੀ ਸਾਹਿਬ ਤੁਸੀਂ ਹੀ ਕਰਨਾ ਹੈ, ਜੋ ਜਵਾਬ ਦੇ ਉਹ ਵੱਡਾ ਛੋਟਾ ਨਹੀਂ ਕਰਨਾ ਦਿੱਤਾ ਜੀ। ਇਹ ਪਹਿਲਾ ਸਫਾ ਲਾਓ ਜੀ, ਪਹਿਲਾ ਸਫਾ ਲਾਓ। अच्छा ਜਿਹਦੇ ਤੇ ਲਿਖਿਆ ਰੂਹਾਨੀ ਸ਼ਿਕਾਰਦਾ। ਹਾਂਜੀ ਉਹ ਫਸਟ ਪੇਜ ਹੈ ਨਾ, ਤਾਂ ਕਿ ਕਿਤਾਬ ਦਾ ਤਾਰੁਫ ਤੇ ਹੋਏ। अच्छा एक मिनट फिर रूहानी शिकारगाह ਮੈਂ ਉਹ ਸਫੇ ਦੀ ਸਾਰੀ ਤਰਤੀਬ ਲਾ ਕੇ ਭੇਜੀ ਏ।
ਬਿਲਕੁਲ ਬਿਲਕੁਲ। ਫਿਰ ਇੰਜ ਉਹ ਫਸਟ ਪੇਜ ਵਹਾਓਗੇ, ਫਿਰ ਅੱਗੇ ਤੁਸੀਂ ਇੰਜ ਕਰਕੇ ਅਗਲਾ ਅਗਲਾ ਸਫਾ ਨਾ ਬਦਲੀ ਜਾਓਗੇ। ਠੀਕ ਹੈ, ਪੜੋ, ਪੜਨਾ ਸ਼ੁਰੂ ਕਰੋ ਤੇ ਅੱਗੇ ਜਾਈ ਜਾਓ। ਨਹੀਂ, ਐਲਾਨੇ ਇਹ ਆਮ ਹੀ ਕਰ ਦੋ ਕਿ ਇਹ ਸਾਡੀ ਆਪਣੀ ਕਿਤਾਬ ਨਹੀਂ ਹੈ, ਇਹ ਤੁਹਾਡੇ ਹੀ ਕਿਸੇ ਬੰਦੇ ਨੇ ਲਿਖੀ ਜੇ। ਹਾਂਜੀ ਹਾਂਜੀ, ਮੈਂ ਤਾਰੁਫ ਕਰਵਾ ਦਿੱਤਾ ਨਾ ਕਿ ਅਬਦੁਰ ਰਜ਼ਾਕ ਮਹਿਤਾ, ਉਹ ਥੱਲੇ ਲਿਖਿਆ ਆਵੇ ਕਿ ਭਾਈ ਅਬਦੁਰਮਾਨ। ਹੁਣ ਭਾਈ ਅਬਦੁਰਮਾਨ ਕੌਣ ਹੈ? ਉਹ ਵੇ ਪਾਕਟ ਬੁੱਕ ਦਾ ਮੁਸੰਨਫ। ਤੇ ਇਹ ਦੋਨੋਂ ਹੀ ਬੜੇ ਵੱਡੇ, ਅੱਗੇ ਪੜੋਗੇ ਤੁਸੀਂ ਸਮਝ ਆ ਜਾਏਗੀ ਤੁਹਾਨੂੰ। ਇਹਨਾਂ ਦੀ ਆਪਸ ਦੇ ਵਿੱਚ ਹੀ ਇਹ ਸਾਰੀ ਗੁਫ਼ਤਗੂ ਹੋ ਰਹੀ ਹੈ। ਉਹਨੇ ਇੱਕ ਲੈਟਰ ਲਿਖਿਆ ਸੀ ਆਪਣੀ ਜਮਾਤ ਨੂੰ, ਇਹ ਉਹ ਲੈਟਰ ਹੈ। अब्दुल रज़ाक महताब जमात अहमदिया कराची में ही नहीं पाकिस्तान भर के कादियानियों में मुमताज हैसियत के हामिल हैं। उनके ਅਗਲਾ ਸਫਾ ਤੇ ਕਰ ਲੋ ਜਾਣਿਆ, ਥੋੜੀ ਮਿਹਨਤ ਕਰੋ ਅੱਜ। ਬਾਬਾ ਜੀ, ਤੁਸੀਂ ਵੀ ਚੰਗੇ ਰਲੇ ਹੋਏ। ਇਹ ਅਸਾਂ ਸਰਗੋਦੇ ਦਾ ਬੁਰਹਾਨ ਹੈ। ਹੁਣ ਠੀਕ है। ये गुंडागर्दी क्यों? अब्दुल रज़ाक मैं जमात अहमदिया कराची में ही नहीं पाकिस्तान भर के कादियानियों में मुमताज हैसियत के हामिल हैं। उनके वालिद भाई अब्दुल रज़ाक साहब कादियानी ने कादियानियत की खातिर अपनी आबाई मजहब को अलविदा कहकर अपना सब कुछ बरतानवी सरकार के उस खुद काश पौधे के लिए वक्फ कर दिया और यूं बारगाह नबूवत का दब्बे में एक अहम मकाम हासिल कर लिया। ऐसे तो रब्बा के खानदान नबूवत की इतनी बड़ी कमजोरी है कि वो उसके हसूल के लिए इखलाक, शराफत, इज्जत की असमत तक को दाव पर लगा देते हैं। महत साहब की कुर्बानियां रंग लाई और वो खानदान से करीब तर हो गए। उनके इखलास में हिमाकत की हद तक इजाफा हो गया तो वो मिर्ज़ा महमूद अहमद की खलकतों के साथ ही बन गए। उनके बिल्कुल के साथ ही बन गए। उनकी बेगमात साहबजादियों के साथ गुलशरे उड़ाते और अहमदियत की बरकत के तराने गाते रहे। एक मर्तबा खुद खलीफा जी से सदुमियत का बदशी शौक फरमाया। फोटोग्राफी के रसिए होने की वजह से उन्होंने, हाँ जी सुने जरा, अब हुआ ये था कि बशीरुद्दीन महमूद जो था कादियानियों का 2 नंबर खलीफा, तो वो जो है ना रंडीबाजी का बड़ा शौकीन था, तो खास करके गोरी रंडियों का तो बहुत ही शौकीन था। तो अब हुआ ये कि अब्दुल रज़ाक मेहता फोटोग्राफर था। अब इसके पास वो कहता था इसको फोटो खींच, लड़कियों को ब्लैकमेल करने के लिए। तो ये तमाम उसकी रंग रलियों का साथी था, इसके पास तस्वीरें थी। अब जनाब ये लोग इसके दुश्मन हो गए, कहते थे वो उसका फोटो जड़ी ओरिजिनल है ना हमें दो तुम। वहां से ये गेम आगे चली। फिर चलो जी रसिया होने की वजह से उन्होंने एजेंटा और एलिवेरा की गारों के मनाजिर को कैमरे की गिरफ्त में लेकर हमेशा के लिए ये वो सफर है इसके यूरोप के, जहां पे जाके वो ज़नाकारियां करता रहा, रंगरलियां मनाता रहा। तो इसने कैमरे के जरिए उन तस्वीरों को सेव कर लिया। चलो जी, हमेशा के लिए महफूज भी कर लिया। मगर आफरी है उनकी हिम्मत मर्दाना ना पाकर ये सब कुछ देखने और करने के बाद भी
अहमदियत की सदाकत पर उनका ईमान मुंतज़िल नहीं हुआ। इन रंगीन तस्वीरों के हसूल के लिए उनके घर में अमूर आमा के जरिए चोरियां करवाने की कोशिश की गई। गुंडागर्दी के कई वाक़यात ज़हूर में आए, मगर महताब साहिब ये हुण अग्गा फिर शाह जी जड़ा ना लावना पोसी जड़ा ना सफा ਲਾਓ ਨਾ, ਕੀ ਕਰਨਾ, ਮਿਹਨਤਾਂ ਕਰੀਦੀ ਹੁੰਦੀਆਂ। ਤੇ ਨਾਲੇ ਉਰਦੂ ਠੀਕ ਪੜੋ, ਬਿਲਕੁਲ ਖਿੱਚ ਕੇ ਲਫ਼ਜ਼ ਘੁੱਟ ਕੇ ਪੜਨਾ ਹੈ, ਤੇ ਪਿੰਡੂਆਂ ਵਾਲੀ ਤੇ ਉਰਦੂ ਨਹੀਂ ਨਾ ਪੜਨੀ। मेरी शाह जी मेरी उर्दू जड़ी है ना पिंड वाली ने, क्योंकि मैं पिंड दा रहने वाला। ਅੱਛਾ ਅੱਛਾ। ਤੇ ਉਹਦੇ ਤੇ ਕੋਈ ਆਸ਼ੀਆ ਵੀ ਲਾਣਾ ਹੈ ਨਾ ਨਾਲ, ਕੋਈ ਤਸ਼ਰੀਹ ਜਿਹੜੀ ਮੈਂ ਕਰਨਾ ਪਿਆ ਉਹ ਵੀ ਨਾਲ ਕਰੋ ਨਾ, ਮਜ਼ਾ ਤੇ ਫੇਰ ਆਏ ਨਾ, ਕੋਈ ਸਹੀ ਬੰਦਾ ਤਸ਼ਰੀਹ ਵੀ ਕਰੇ। ਆਪਣਾ ਮੁਫਤੀ ਸਾਹਿਬ ਨੇ ਆਪਣੇ ਸਰਗੋਧੇ ਜਿਹੜੇ ਪੱਕੇ ਠੀਟ, ਜਿਵੇਂ ਇੱਕ ਸਾਡੇ ਇਲਾਕੇ ਵਾਲੀ ਸਾਈਡ ਤੇ ਬੋਲਦੇ ਨੇ ਜੰਗਲੋਟੀ, ਉਹ ਜੰਗਲੋਟੀ ਲੈਂਗੁਏਜ ਹੈ, ਕਿਹੜਾ ਵੈਂਦਾ ਪਿਆ ਇਹ ਸਾਹਿਬ ਹੈ। ਠੀਕ। का कादियानियत पर ईमान बढ़ता गया। जब मालूमात हद से ज्यादा तजावज कर गई तो उन्होंने अमीर जमात अहमदिया कराची को एक दरख्वास्त दी कि मिर्जा नासिर अहमद खलीफा सालिस मेरे खिलाफ जो गोचे हथकंडे इस्तेमाल कर रहे हैं उनके खिलाफ तहकीकात करवाई जाए। ये दरख्वास्त इस लिहाज से हिमायत का नुक्ता अरूज है कि नाम नहाद खलीफा सालसों का मुकर्रर करदा एक अमीर खुद इस खलीफे के खिलाफ क्या तहकीक कर सकता है, जिसकी अपनी अमारात अपॉइंटिंग एन अथॉरिटी के इशारे अबरू की मोहताज है। लेकिन इस ज़िमन में उन्होंने इन मुजालिम के जो असबाब बयान किए उन्होंने पढ़कर एक शरीफ उल नफ्स इंसान लर्जा बरादनाम हो जाता है। असमत उफ़त को बाज़ायचा इत्तफ़ाल बनाना तो कादियानियत के अरकान खुम्स में से है। कत्ल गैरतगिरी में भी वो बदनाम ज़माना कार्लुस के मिसले बरूज हैं। लुत्फी का कत्ल तो कराची में हुआ, क्या हुकूमत पाकिस्तान इनकी नाश का पोस्टमार्टम? अच्छा जी। बशीरुद्दीन महमूद के गुनाहों का कोई भी अगर गवाह होता था तो उसको ये कत्ल करवा देता था। तो कराची के अंदर एक कत्ल करवाया था इसने, तो उसकी तरफ ये इशारा कर रहे हैं। अब ये लोग इस अब्दुर्रज़ाक मेहता के दुश्मन हो गए थे। चलें जी आगे। कराची में हुआ, क्या हुकूमत पाकिस्तान इनकी लाश का पोस्टमार्टम कराकर मुजरिम को कैफर किरदार तक नहीं पहुंचा सकती? मिर्जा नासिर अहमद तो तैर खान के इश्क में कुश्ता की नस्बत ज्यादा मिकदार खाकर नगोबोश। अच्छा इनकी चुत में रहने छोरा नहीं बिल्कुल है गल करनी है, गल समझानी ही नहीं है। ठीक है लगे रहो। मैं माइक म्यूट करना। मिकदार खाकर नगबोश हो चुके हैं। अब इसी खानदान का तीसरा गद्दी नशीन मिर्जा ताहिर अहमद जुल्म तशद्दुद के इन्हीं वहशाना हथकंडों से काम लेकर अपने मुखालफिन पर अरसा हयात तंग कर रहा है। क्या हुकूमत ये सारा तमाशा अपनी आंखों से देखते हुए टक टक यदम दम ना कशदम के फिशार में गिरफ्तार रहेगी? हमारी राय में जब तक रबवा की जमीन की लीज खत्म नहीं की जाती वहां चंदा कारखाना नहीं लगाए जाते और रबवा को तहसील का दर्जा नहीं दिया जाता, ये गुंडागर्दी होती रहेगी। अल्लाह अकबर। शाह जी बात आज तो सही मैं इम्तिहान छोड़ेगा तो हकीकत दसा ਆ ਮਲਕ ਤੇਰੇ ਪੜਨ ਜੇ ਬੜਾ ਸਵਾਦ ਏ, ਜਰਾ ਤੂੰ ਇਹ ਚ ਕੀਤਾ ਨਾ ਚੁੱਤ ਮਰਿੰਦਾ ਹੀ।
नप के रखो, सही है शाबाश, बंदा सही लब्बा है यार। मजा आएगा। अच्छा शाह जी मेरे पाकिस्तान घरों फोन आ रहा है, एक बारी मैं सॉरी करे सी। चलो जाओ ਇਹ फिर। ਤੇਰਾ ਗਈ ਇਹ ਸਾਡਾ ਹੱਕ ਤੂੰ ਮਾਰ ਗਿਆ ਮਲਕਾ, ਕੋਈ ਨਹੀਂ ਗੱਲ ਹੈ ਰਹੀ ਹੈ, ਆ ਜਾਂਦਾ ਇਹ ਕਿਤੇ ਨਹੀਂ ਵੈਸੇ। ਅਲੀ ਭਾਈ ਤੁਹਾਨੂੰ ਵੀ ਸੈਂਡ ਕੀਤੀ ਹੈ, ਤੁਸੀਂ ਪੜੋ ਜਾਂ ਕੋਈ ਹੋਰ ਬੰਦਾ। ਅੱਛਾ ਮੈਂ ਗੱਡੀ ਚਲਾ ਰਿਹਾ, ਨਹੀਂ ਤੇ ਮੈਂ ਪੜ੍ਹ ਦੇਣੀ। ਸ਼ਾਹ ਸਾਹਿਬ ਜੇ ਮੈਨੂੰ ਪੜ੍ਹਨਾ ਆਂਦਾ ਹੁੰਦਾ ਤੇ ਮੈਂ ਥੱਲੇ ਕਮੈਂਟ ਕਦੀ ਨਾ ਬਲਾਕ ਕਰਦਾ, ਮੈਨੂੰ ਪੜ੍ਹਨਾ ਨਹੀਂ ਆਂਦਾ, ਮੈਂ ਤਾਂ ਕਮੈਂਟ ਬਲਾਕ ਕੀਤੇ ਨੇ ਕਿ ਕੋਈ ਗਲਤ ਨਾ ਹੋਣ। ਨਹੀਂ ਅਲੀ ਹੈ ਜਿਹੜਾ ਬੰਦਾ ਹੈ ਨਾ, ਅਲੀ ਇਸ ਦੀ ਗੱਲ ਕਰ ਰਹੇ ਨੇ, ਆਪਣਾ ਅਲੀ ਭਾਈ ਨਹੀਂ ਬੈਠੇ ਹੋਏ ਜਿਹੜੇ ਮੇਰੇ ਥੱਲੇ, ਕੋਈ ਹੋਰ ਉਹਨਾਂ ਨੇ ਬੰਦਾ। ਵੀ ਮੈਸੇਜ ਅਲੀ ਸਾਹਿਬ ਨੇ ਵੀ ਮੈਸੇਜ ਕੀਤਾ ਜੀ ਮੈਂ ਅਲੀ ਹਾਂ। चले मैं कर रहा हूँ 1 मिनट। ਲਕ ਮੋੜਾ ਆਇਆ ਨੇ ਨਾ, ਕੈਸਰ ਭਾਈ ਸਲਾਮ ਅਲੈਕਮ, ਤੁਹਾਡੀ ਆਪਣੀ ਆਈਡੀ ਹੈ, ਕਨਫਰਮ ਕਰਾ ਦਿਓ। हाँ जी हाँ जी हाँ जी, वालेकुम अस्सलाम, क्या हाल है, ठीक हो? ਸ਼ੁਕਰ ਅਲਹਮਦੁਲਿਲਾ, ਬਿਲਕੁਲ ਠੀਕ ਠਾਕ ਸਰਕਾਰਾਂ, ਸ਼ੁਕਰ। वेरी गुड। ਅਲੀ ਭਾਈ ਕੀ ਗੱਲ ਸਕੈਨ ਨਹੀਂ ਲੱਗ ਰਿਹਾ ਤੁਹਾਡੇ ਕੋਲੋਂ? ਉਹ ਲੱਗਾ ਤੇ ਹੈ ਯਾਰ, ਇਹ ਪੜੋ ਬਖਿਦਮਤ ਜਨਾਬ ਸੈਕਟਰੀ ਸਾਹਿਬ ਅਮੂਰੇ ਅਮਾ ਜਮਾਤ ਕਰਾਚੀ। ਇਹ ਅਮੂਰੇ ਅਮਾ ਸੈਕਟਰੀ ਜਮਾਤ ਯਾਨੀ ਜਮਾਤੇ ਅਹਮਦੀਆ ਦੇ ਸੈਕਟਰੀ ਨੇ ਇਹ ਲੈਟਰ ਲਿਖੇ ਹੈ। ਇਹ ਪੂਰਾ ਇੱਕ ਲੈਟਰ ਹੈ, ਖਤ ਹੈ। ਤੇ ਉਹ मदरजा झैल ਜੀ ਔਰ ਖਤ ਨੂੰ ਬਾਅਦ ਚ ਇਹਨਾਂ ਨੇ ਇਹ ਛਾਪਿਆ ਸੀ, ਖੁਦ ਹੀ ਛਾਪੇ ਹੈ। अच्छा जी, मदरजा झैल ਤੂੰ वाक़यात ਮੁਸਲਮਾਨ नहीं सी हो गया, ਇਹ कादियानी सी, गल याद रखो जी। मदरजा झैल वाक़यात मुज़ालम, जिनमें एक ख़ास मुज़ालम जमात कराची की सितम ज़रीफ़ियों के मरख़ून मिन्नत है, जिसकी तफसील कदरे बयान खिदमत करते दरख्वास्त करता हूँ कि जबकि मुज़ालम अपनी हद से तजावज़ कर गए हैं, बराए करम आपसे गुजारिश है कि इस तफसील मुज़ालम की रोशनी में कार्रवाई तहकीक फरमा कर मशकूर फरमाएँ। ये ख्याल रहे कि ये 42 साला मुज़ालम की दास्तान है। आगाज़ मुज़ालम 1932 में अखरार का शोर शराबा बा इज्तमाई इंतज़ाम से हर कोई कमांडेंट अपने अपने फ़राइज़ में मगन को ट्रिप लीडर की हैसियत से एक अहम अमर की तकरीर मुझे मेरे कमांडेंट ने साहबजादा मिर्ज़ा नासिर अहमद को इनकी कोठी पहुंचाने भेजा। अरीज़ा लेते मुझे हुक्म होता है कि ये लाठियाँ अभी फ़लाँ जगह पहुंचा दो। जो जवाबन कहा, मुझे पहले अपने कमांडेंट को इनके हुक्म की तामील की इतला देनी है, लिहाजा मजबूर हूँ। बस फिर क्या था, हुक्म अदूली प्रिंस ऑफ वेल्स अच्छा भाई ਥੋੜਾ ਜਿਹਾ ਸਮਝਾਣਾ ਵੀ ਹੈ ਨਾ ਨਾਲ ਨਾਲ, ਉਹਨੂੰ ਮੈਂ ਵੀ ਕੰਮੇ ਲੱਗਾ ਵਾਂ ਤੇ ਕੋਈ ਬੰਦਾ ਸਮਝਾਓ ਵੀ ਤੇ ਸਹੀ ਨਾ ਯਾਰ। ਇਹ ਅਹਰਾਰ ਜਿਹੜੀ ਹੈ ਨਾ, ਇਹਦੇ ਤੋਂ ਮੁਰਾਦ ਹੈ ਮਜਲਸੇ ਅਹਰਾਰ। ਮਜਲਸੇ ਅਹਰਾਰ ਇਹੋ ਹੀ ਕਹਿੰਦੀ ਸੀ, ਇਹ ਮਜ਼ਾਲਮ ਜਿਹੜੇ ਕਹਿ ਰਹੇ ਨੇ ਨਾ, ਇਹ ਮਜ਼ਾਲਮ ਕੋਈ ਕੋਈ ਛੁਰੀਆਂ ਚਾਕੂ ਨਹੀਂ ਸਨ ਚੱਲੇ, ਕੋਈ ਡੰਡੇ ਸੋਟੇ ਨਹੀਂ ਸਨ ਚੱਲੇ, ਬਲਕਿ ਇਹ ਸਨ ਕਿ ਇਸ ਖਲੀਫੇ ਨੂੰ ਉਹ ਕਹਿ ਰਹੇ ਸਨ, ਮਜਲਿਸ ਅਹਰਾਰ ਕਹਿ ਰਹੀ ਸੀ ਕਿ ਤੂੰ ਜ਼ਨਾਕਾਰੀਆਂ ਕਰਨਾ ਹੈ, ਤੂੰ ਬੱਚੀਆਂ ਦੀਆਂ ਇੱਜ਼ਤਾਂ ਨੂੰ ਪਾਮਾਲ ਕਰਨਾ ਹੈ ਪਿਆ, ਤੂੰ ਬੱਚੇਬਾਜ਼ੀ ਕਰਨਾ ਹੈ, ਤੂੰ ਇੰਜ ਦੇ ਪੁੱਠੇ ਕੰਮ ਕਰਨਾ, ਤੇ ਉਹ ਬਸ ਰੋਕਦੇ ਸਨ। ਤੇ ਉਹਦੀ ਵਜ੍ਹਾ ਤੂੰ ਉਹ ਜਿਹੜਾ ਲੋਕ ਫਿਰ ਦੁਸ਼ਮਣ ਹੋ ਗਏ, ਤੇ ਉਲਟਾ ਜਿਹੜਾ ਵੇ ਲਾਠੀਆਂ ਸੋਟੇ ਤੇ ਇਹਨਾਂ ਨੇ ਮੰਗਵਾ ਲਏ ਸਨ, ਉਹਦੀ ਤਰਫ ਉਹ ਇਸ਼ਾਰਾ ਕਰ ਰਹੇ। ਯਾਰ ਕੋਈ ਚੱਸ ਜਿਹੀ ਨਹੀਂ ਆ ਰਹੀ ਹੁਣ, ਉਹ ਵੀ ਬੰਦਾ ਟੁਰ ਗਿਆ ਵਿੱਚੋਂ। इमरान साहब तो निकल गए ने।
ਗੱਲ ਕੋਈ ਸਹੀ ਜਿਹੀ ਟੋਰੋ, ਕੋਈ ਨਾਲ ਹੀ ਜਾ ਤੁਸੀਂ ਜਰਾ ਸਕੈਨ ਲਾਓ। ਮੈਂ ਨਾ ਯਕੀਨ ਕਰੋ, ਘੰਟਾ ਡੇਢ ਗੱਡੀ ਇੱਕ ਚਲਾਣੀ ਹੈ, ਇਹ ਨਾ ਚਲਾਣੀ ਹੁੰਦੀ ਨਹੀਂ ਨਾ, ਮੇਰੇ ਕੋਲ ਨਹੀਂ ਨਾ ਲੱਗ ਸਕਦਾ ਜੀ। ਤੇ ਅਲੀ ਸਾਹਿਬ ਨਹੀਂ, ਅਲੀ ਸਾਹਿਬ। ਮਲਕ कैसर साहब ਤੁਸੀਂ ਪढ़ लो, मलक कैसर साहब भी पढ़ लो। मैं ला रहे हैं लेकिन बड़ा नहीं हो रहा। ਖਾਮੋਸ਼ੀ ਤਾਰੀ ਹੋ ਗਈ ਹੈ, ਗੱਲ ਨਹੀਂ ਕੋਈ। ਤੁਹਾਨੂੰ ਪਤਾ ਹੈ ਕਿ आमिर नजीर भाई किधर ने? नजर नहीं आ रहा। कोई इलम नहीं, बस आए सन थोड़ी देर वास्ते ते फिर चले गए। हाँ अली भाई किधर चले गए हो? कोई बनेगा निजाम? और नहीं लग रहा जी, स्कैन नहीं लग रहा। कोई बंदा ला दे तो मैं पढ़ देने, लेकिन पता नहीं मेरे फोन चो लग नहीं रहा स्कैन। शानी साहब बैठे हो? जी अस्सलाम वालेकुम मुफ्ती साहब जी। नजब भाई मैं मौजूद हाँ, लेकिन मैं भी काम कर ऑफिस ही हूँ। करो ते तुहानू मैं भेजना मैं सफे। अच्छा बगैर स्कैन लाए भी पढ़ दवो, फिर बाद चो स्कैन लग जान दे। हाँ बगैर स्कैन लाए मैं पढ़ता। नहीं चलो बगैर बस। स्कैन लगाए पढ़न नाल ना कौम नू फायदा घट होएगा। जी दुरुस्त है। असल हकीकत सामने होनी जरूरी है। क्या ना कोई कवे कि ए मौलवी अपनी तरफ ही गल्लां करदे ने पे, कोई इल्जाम नहीं, कोई बुहतान नहीं भाई, जो लिखिया असी वो पढ़ना है। असी नाकिल लोग हां, नकल कर रहे हैं। अच्छा मुफ्ती साहब हुनी गल हो रही सी ਉਹ ਦੂਸਰੀ ਫੈਸਲੇ ਦੀ, ਤੇ ਮੇਰੇ ਜ਼ਿਹਨ ਚ ਆਇਆ, ਮੈਂ ਹਸਨ ਭਾਈ ਦੇ ਪੇਜ ਤੇ ਗਿਆ, ਉਹਨੇ 5 ਘੰਟੇ ਪਹਿਲੇ ਕੋਈ ਫੈਸਲੇ ਦਾ ਲਿਖਿਆ ਹੋਇਆ, ਤੇ ਤੁਹਾਡੀ ਉਹਨਾਂ ਨਾਲ ਗੱਲ हसन ਹੋਈ। भाई दे पेज ते के चैनल ते ਨਹੀਂ ਚੈਨਲ ਤੇ ਮੇਰੇ ਖਿਆਲ ਅਜੇ ਉਹਨੇ ਪ੍ਰੋਗਰਾਮ ਨਹੀਂ ਕੀਤਾ, ਉਹ ਤੁਹਾਨੂੰ ਪਤਾ ਉਹ ਵੀ कीता ਤੁਹਾਡੇ वे ਤਰ੍ਹਾਂ। जनाब हसन के टीवी वाला ना ਜੀ ਜੀ ਉਹ ਵੀ ਤੁਹਾਡੇ ਤਰ੍ਹਾਂ कीता सु ਮਾਸ਼ਾਅੱਲਾ। प्रोग्राम बड़ा सोहना कीता है। ਜੀ 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 ਤੇ ਉਹ ਮਜ਼ੀਦ ਵੀ ਕਰੇਗਾ, ਬਗੈਰ ਤਹਿਕੀਕ ਤੋਂ ਨਹੀਂ ਕੰਮ ਕਰਦਾ ਉਹ ਵੀ। हाँ जी हाँ जी, ओदी ते बड़ी अच्छी तहकीक है, बहुत जी, ओदी स्टडी बड़ी कमाल दी माशाअल्लाह। खल लांदा है। ਬਿਹਤਰੀਨ ਮਾਸ਼ਾਅੱਲਾ। ਤੇ ਉਹ ਕੋਈ ਵੀ ਅਪਡੇਟ ਹੋਏਗੀ ਮੌਜੂਦ ਫਿਰ ਉਹ ਸ਼ੇਅਰ ਕਰਾਂਗੇ। हाँ बिल्कुल ओदी ना ओदे चैनल दी वीडियो आ गई है, मैं खुद वेखी है, ओनू ही वेख के ते ओही कोई बंदा बयान कर दे बस। ਬਾਕੀ ਬੜਾ ਹੌਸਲਾ ਦੇ ਰਿਹਾ ਸੀ, ਕਹਿ ਰਿਹਾ ਕੋਈ ਗੱਲ ਨਹੀਂ ਅਲੀ ਅਲੀ, ਕਹਿੰਦਾ ਐਸੀ ਦੀ ਤੈਸੀ ਕੋਈ ਗੱਲ ਨਹੀਂ, ਕਹਿੰਦਾ ਮਾਸ਼ਾਅੱਲਾ, ਕਹਿੰਦਾ हाँ ਇਨਸ਼ਾਅੱਲਾ जी ਅੱਲਾਹ ਤਾਲਾ नहीं, ਖੈਰ ओ ਕਰੇ। मैं ਇਹੋ ਹੀ ਕਿਹਾ ਨਾ ਜੀ, ਅੱਲਾਹ ਪਾਕ ਦੀਆਂ ਕੁਝ ਹਿਕਮਤਾਂ ਨੇ ਨਾ, ਉਹ ਜੀ, 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 ਬਿਲਕੁਲ। ਸੋਏ ਹੋਏ ਕੰਮ ਨੂੰ ਜਗਾਉਣ ਵਾਸਤੇ ਇਹ ਵੀ ਅੱਲਾਹ ਦੀ ਕੋਈ ਹਿਕਮਤ ਹੈ ਕਿ ਇੰਜ ਕੌਮ ਜਾਗੇਗੀ। ਇੰਜ ਦਾ ਕੰਮ ਨਹੀਂ ਹੋਏਗਾ ਤੇ ਕੌਮ ਜਾਗੇਗੀ ਨਹੀਂ। ਇਹ ਜਿਹੜੀਆਂ ਸਾਨੂੰ ਚੀਜ਼ਾਂ ਨਜ਼ਰ ਆਉਂਦੀਆਂ ਨੇ ਨਾ, ਇਹ ਕੌਮ ਨੂੰ ਸਗੋਂ ਜਗਾਉਣ ਵਾਸਤੇ ਹੁੰਦੀਆਂ ਨੇ। ਬਜਾ ਸੁੱਤੇ ਹੋਏ ਕੇ ਲੋਕ ਜਾਗਦੇ ਨੇ, ਜਿਹਨੂੰ ਨਹੀਂ ਵੀ ਪਤਾ ਉਹਨੂੰ ਹੀ ਪਤਾ ਚੱਲੇਗਾ। ਬੇਸ਼ੱਕ। ਹਾਂ
ਅੱਛਾ, ਤਹਫੁਜ਼ ਪਾਕਿਸਤਾਨ ਫੋਰਮ ਕੋਈ ਨਵਾਂ ਬਣਿਆ? ਇਹ ਉਹਦਾ ਚੇਅਰਮੈਨ ਨੇ ਰਾਣਾ ਹਸਨ ਸਾਹਿਬ, ਇਹਦਾ ਨਹੀਂ ਮੈਨੂੰ ਪਤਾ ਸੀ। ਨਹੀਂ, ਉਹਨਾਂ ਨੇ ਸ਼ਾਇਦ ਕੋਈ ਆਪਣੀ ਕੋਈ ਤਨਜ਼ੀਮ ਬਣਾਈ ਹੋਏ। ਹਾਂਜੀ ਹਾਂਜੀ, ਇਹ ਪਹਿਲੇ ਨਹੀਂ ਮੈਨੂੰ ਪਤਾ ਸੀ ਜੀ। ਵੈਸੇ ਤੇ ਇਹ ਸ਼ਾਬਾਨੇ ਖਤਮੇ ਨਬੂਵਤ ਨਾਲ ਕੰਮ ਕਰ ਰਹੇ ਸਨ, ਤੇ ਲੇਕਿਨ ਹੁਣ ਸ਼ਾਇਦ ਇਹਨਾਂ ਨੇ ਕੋਈ ਅਲੱਗ ਕਰ ਲਿਆ ਹੋਏ ਸੈਟਅਪ। ਅੱਛਾ, ਮੈਂ ਨਾ ਅੱਜ ਇੱਕ ਵੀਡੀਓ ਵੇਖ ਰਿਹਾ ਸਾਂ ਤੇ ਉਹ ਮੁੰਡੇ ਦੀ ਮੈਨੂੰ ਬੜੀ ਪਿਆਰੀ ਗੱਲ ਲੱਗੀ। ਉਹਨੇ ਆਖਿਆ ਮੈਂ ਮੌਤ ਨਾਲ ਬੈਤ, ਅਸਾਂ ਮੌਤ ਨਾਲ ਮੁਸਲਮਾਨ, ਪਾਕਿਸਤਾਨ ਦੇ ਮੁਸਲਮਾਨਾਂ ਨੇ ਮੌਤ ਨਾਲ ਬੈਤਾਂ ਕੀਤੀਆਂ ਨੇ, ਤੇ ਇਹ ਕਾਜ਼ੀ ਫੈਜ਼ ਸਾਹਿਬ ਤੇਰੇ ਪਿਓ ਦੀ ਵਿਰਾਸਤ ਨਹੀਂ ਹੈ, ਤੇਰੇ ਪਿਓ ਦੀ ਜਗੀਰ ਨਹੀਂ ਜਿਹਨੂੰ ਤੂੰ ਆਇਨ ਦੇ ਲਿਹਾਜ਼ ਨਾਲ ਤੂੰ ਬਦਲ ਲੇਗਾ। ਆਇਨ ਵੀ ਪਾਕਿਸਤਾਨ ਦਾ ਤੇ ਇਸਲਾਮ ਲੱਗਿਆ ਭਾਈ ਪਿੱਛੋਂ ਗਾਣਿਆਂ ਦੀ ਆਵਾਜ਼ ਆ ਰਹੀ ਹੈ ਜਾਂ ਤੇ ਸਿਰਫ ਬੱਚੀ ਬੈਠੀ ਏ, ਮੈਂ ਉਹਦੀ ਵਜ੍ਹਾ ਤੋਂ ਲੱਗੇ ਨੇ, ਮੈਂ ਤਾਂ ਕਰਕੇ